प्यारे विद्यार्थियों, वाहिगुरु जी का खालसा श्री वाहिगुरु जी की फतेह। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਆਪ ਜੀ ਦੇ ਨਾਲ ਧਰਮ ਦੀ ਪਰਿਭਾਸ਼ਾ ਅਤੇ ਉਸ ਦੇ ਸਰੂਪ ਬਾਰੇ ਕੁਝ ਗੱਲਾਂ ਕਰਾਂਗਾ। ਧਰਮ ਮਨੁੱਖੀ ਜੀਵਨ ਨਾਲ ਜੁੜਿਆ ਹੋਇਆ ਇੱਕ ਬਹੁਤ ਹੀ ਮਹੱਤਵਪੂਰਨ ਆਸਪੈਕਟ ਹੈ। ਮਨੁੱਖ ਆਪਣੀ ਜ਼ਿੰਦਗੀ ਦੇ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਧਰਮ ਨਾਲ ਜੁੜਿਆ ਹੁੰਦਾ ਹੈ। ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਬੱਚੇ ਦੇ ਜਨਮ ਸਮੇਂ ਜਨਮ ਸੰਸਕਾਰ ਕੀਤੇ ਜਾਂਦੇ ਨੇ, ਉਸ ਤੋਂ ਉਪਰੰਤ ਨਾਮਕਰਨ ਸੰਸਕਾਰ ਕੀਤਾ ਜਾਂਦਾ ਹੈ, ਉਸ ਤੋਂ ਉਪਰੰਤ ਧਰਮ ਪ੍ਰਵੇਸ਼, ਵਿਆਹ ਅਤੇ ਨ੍ਰਿਤਕ ਸੰਸਕਾਰ ਕੀਤਾ ਜਾਂਦਾ ਹੈ। ਕਹਿਣ ਤੋਂ ਭਾਵ ਕਿ ਮਨੁੱਖੀ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਮਨੁੱਖੀ ਜੀਵਨ ਦੇ ਅੰਤ ਤੱਕ ਧਾਰਮਿਕ ਸੰਸਕਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਨੁੱਖ ਦੇ ਨਾਲ ਜੁੜੇ ਰਹਿੰਦੇ ਨੇ। ਇਸ ਕਰਕੇ ਮਨੁੱਖ ਦਾ ਜੀਵਨ ਧਾਰਮਿਕ ਕੰਮਾਂ ਤੋਂ, ਧਾਰਮਿਕ ਫਰਜ਼ਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਧਰਮ ਹੈ ਕੀ, ਵਿਦਵਾਨ ਧਰਮ ਨੂੰ ਕਿਸ ਰੂਪ ਦੇ ਵਿੱਚ ਵੇਖਦੇ ਹਨ ਅਤੇ ਧਰਮ ਦੇ ਜੋ ਮੁੱਖ ਤੱਤ ਨੇ ਉਹ ਕੀ ਨੇ। ਵਿਦਿਆਰਥੀਓ, ਧਰਮ ਜੋ ਹੈ ਉਸਨੂੰ ਇੰਗਲਿਸ਼ ਦੇ ਵਿੱਚ ਰਿਲੀਜਨ ਕਿਹਾ ਜਾਂਦਾ ਹੈ, ਜੋ ਕਿ ਲਾਤੀਨੀ ਭਾਸ਼ਾ ਦੇ ਰੀ ਅਤੇ ਲਿਗੇਅਰ ਸ਼ਬਦ ਤੋਂ ਮਿਲ ਕੇ ਬਣਿਆ ਹੈ। ਇਸ ਦਾ ਅਰਥ ਹੈ ਦੁਬਾਰਾ ਜੁੜਨਾ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨੁੱਖ ਕਿਹੜੀ ਚੀਜ਼ ਨਾਲੋਂ ਟੁੱਟਿਆ ਹੋਇਆ ਹੈ ਜਿਸ ਨਾਲ ਉਹਨੇ ਦੁਬਾਰੇ ਜੁੜਨਾ ਹੈ। ਤਾਂ ਇਹਦਾ ਜਵਾਬ ਇਹੀ ਹੈ ਕਿ ਮਨੁੱਖ ਜਿਹੜਾ ਹੈਗਾ ਇੱਕ ਅਜਿਹੀ ਪਰਮ ਹਸਤੀ ਜੋ ਉਹਦੇ ਜੀਵਨ ਨੂੰ ਸੰਪੂਰਨਤਾ ਬਖਸ਼ ਸਕਦੀ ਹੈ, ਉਸ ਤੋਂ ਟੁੱਟਿਆ ਹੋਇਆ ਹੈ ਅਤੇ ਉਸ ਪਰਮ ਸ਼ਕਤੀ ਨਾਲ ਮਨੁੱਖ ਨੇ ਦੁਬਾਰੇ ਜੁੜਨਾ ਹੈ। ਉਸ ਪਰਮ ਸ਼ਕਤੀ ਨੂੰ ਵੱਖ-ਵੱਖ ਧਰਮਾਂ ਦੇ ਵਿੱਚ ਵੱਖ-ਵੱਖ ਨਾਮ ਦਿੱਤੇ ਗਏ ਹਨ। ਕਿਸੇ ਵਿੱਚ ਉਸ ਨੂੰ ਯਹੋਵਾ ਕਿਹਾ ਗਿਆ ਹੈ, ਕਿਸੇ ਵਿੱਚ ਪਰਮਾਤਮਾ, ਕਿਸੇ ਵਿੱਚ ਗੋਡ, ਕਿਸੇ ਵਿੱਚ ਅੱਲਾ, ਕਿਸੇ ਵਿੱਚ ਵਾਹਿਗੁਰੂ। ਕਹਿਣ ਤੋਂ ਭਾਵ ਕਿ ਧਰਮ ਮਨੁੱਖ ਨੂੰ ਪਰਮ ਹਸਤੀ ਨਾਲ ਜੋੜਨ ਦਾ ਇੱਕ ਮਾਧਿਅਮ ਹੈ, ਇੱਕ ਸਾਧਨ ਹੈ। ਭਾਰਤੀ ਧਾਰਮਿਕ ਪਰੰਪਰਾ ਦੇ ਵਿੱਚ ਜੋ ਧਰਮ ਦਾ ਅਰਥ ਹੈ ਉਹ ਨਿਕਲਿਆ ਹੈ ਤ੍ਰਿਧਾਤੂ ਤੋਂ। ਤ੍ਰਿਧਾਤੂ ਦਾ ਅਰਥ ਹੈ ਧਾਰਨ ਕਰਨਾ। ਹੁਣ ਅਸੀਂ ਧਾਰਨ ਕਿਹਨੂੰ ਕਰਨਾ ਹੈ? ਅਸੀਂ ਉਹਨਾਂ ਧਾਰਮਿਕ ਆਦੇਸ਼ਾਂ ਅਤੇ ਵਿਵਹਾਰ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ ਜੋ ਸਾਡੇ ਜੀਵਨ ਨੂੰ ਖੂਬਸੂਰਤ ਬਣਾਉਂਦੇ ਹਨ, ਜਿਨ੍ਹਾਂ ਦੇ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਇੱਕ ਮਰਿਆਦਾ ਦੇ ਵਿੱਚ ਜਿਉ ਸਕਦੇ ਹਾਂ। ਜੇਕਰ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਗੁਰੂ ਸਾਹਿਬਾਨ ਕਹਿੰਦੇ ਹਨ, ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਕਹਿਣ ਤੋਂ ਭਾਵ ਕਿ ਸਾਰੇ ਧਰਮਾਂ ਦੇ ਵਿੱਚੋਂ ਜੋ ਸ੍ਰੇਸ਼ਟ ਧਰਮ ਹੈ ਉਹ ਪਰਮਾਤਮਾ ਦਾ ਨਾਮ ਜਪਣਾ ਅਤੇ ਨਿਰਮਲ ਕਰਮ ਕਰਨੇ, ਭਾਵ ਚੰਗੇ ਕਰਮ ਕਰਨੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਦਾਰਸ਼ਨਿਕਾਂ ਵੱਲੋਂ, ਵੱਖ-ਵੱਖ ਵਿਦਵਾਨਾਂ ਵੱਲੋਂ ਵੀ ਧਰਮ ਨਾਲ ਸੰਬੰਧਿਤ ਕਈ ਤਰੀਕੇ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ। ਜਿਵੇਂ ਮੈਥਿਊ ਆਰਨੋਲਡ ਕਹਿੰਦੇ ਹਨ, ਭਾਵਨਾਵਾਂ ਭਰਪੂਰ ਨੈਤਿਕਤਾ ਤੋਂ ਸਿਵਾਏ ਧਰਮ ਹੋਰ ਕੁਝ ਵੀ ਨਹੀਂ ਹੈ। ਈ.ਬੀ. ਟਾਇਲਰ ਵਿਸ਼ਵ ਪ੍ਰਸਿੱਧ ਮਾਨਵ ਵਿਗਿਆਨੀ, ਐਂਥਰੋਪੋਲੋਜਿਸਟ, ਉਹ ਧਰਮ ਦੀ ਪਰਿਭਾਸ਼ਾ ਦਿੰਦੇ ਹੋਏ ਕਹਿੰਦੇ ਹਨ ਕਿ ਧਰਮ ਕਿਸੇ ਅਧਿਆਤਮਿਕ ਸੱਤਾ ਦੇ ਵਿੱਚ ਵਿਸ਼ਵਾਸ ਦਾ ਨਾਮ ਹੈ। ਮਤਲਬ ਕਿ ਜਦੋਂ ਮਨੁੱਖ ਕਿਸੇ ਅਧਿਆਤਮਿਕ ਸ਼ਕਤੀ ਵਿੱਚ ਵਿਸ਼ਵਾਸ ਕਰਦਾ ਹੈ ਤੇ ਉਹ ਧਰਮ ਦਾ ਭਾਗ ਬਣ ਜਾਂਦਾ ਹੈ। ਸ਼੍ਰੀ ਅਰਬਿੰਦੋ, ਭਾਰਤ ਦੇ ਬਹੁਤ ਮਸ਼ਹੂਰ ਵਿਦਵਾਨ, ਉਹ ਕਹਿੰਦੇ ਹਨ ਧਰਮ ਦਾ ਪ੍ਰਮੁੱਖ ਤੱਤ ਪਰਮਾਤਮਾ ਦੀ ਖੋਜ ਹੈ, ਕਿ ਧਰਮ ਜਿਹੜਾ ਹੈ ਉਹ ਮਨੁੱਖ ਨੂੰ ਪਰਮਾਤਮਾ ਵੱਲ ਲੈ ਕੇ ਜਾਂਦਾ ਹੈ। ਇਸ ਤੋਂ ਇਲਾਵਾ ਹੋਫਡਿੰਗ ਕਹਿੰਦੇ ਹਨ, ਧਰਮ ਕਦਰਾਂ ਕੀਮਤਾਂ ਦੇ ਪ੍ਰਤੀਪਾਲਨ ਵਿੱਚ ਵਿਸ਼ਵਾਸ ਕਰਦਾ ਹੈ। ਰਿਲੀਜਨ ਇਜ਼ ਦਾ ਫੇਥ ਇਨ ਦੀ ਕੰਜ਼ਰਵੇਸ਼ਨ ਆਫ ਵੈਲਿਊਜ਼। ਇਸ ਤੋਂ ਇਲਾਵਾ ਕੁਝ ਹੋਰ ਵਿਦਵਾਨ ਨੇ
ਉਹ ਧਰਮ ਦੀ ਪਰਿਭਾਸ਼ਾ ਦਿੰਦੇ ਹੋਏ ਕਹਿੰਦੇ ਹਨ, ਜਿਨ੍ਹਾਂ ਵਿੱਚ ਹਰਬਰਟ ਸਪੈਂਸਰ ਪ੍ਰਮੁੱਖ ਨੇ, ਧਰਮ ਦੀ ਇਹ ਮਨੋਤ ਹੈ ਕਿ ਸਭ ਵਸਤਾਂ ਇੱਕ ਸ਼ਕਤੀ ਦਾ ਪ੍ਰਕਾਸ਼ ਹਨ ਜੋ ਸਾਡੀ ਸਮਝ ਤੋਂ ਪਰੇ ਹੈ। ਐਮਰਸਨ ਕਹਿੰਦੇ ਹਨ, ਧਰਮ ਦਾ ਪਹਿਲਾ ਅਤੇ ਅੰਤਿਮ ਅਧਿਆਇ ਇਹ ਹੈ ਕਿ ਜੋ ਵਸਤੂਆਂ ਦਿਖਾਈ ਦਿੰਦੀਆਂ ਹਨ ਉਹ ਅਸਥਾਈ ਹਨ ਅਤੇ ਜੋ ਵਸਤੂਆਂ ਦਿਖਾਈ ਨਹੀਂ ਦਿੰਦੀਆਂ ਉਹ ਸਥਾਈ ਹਨ। ਇਸ ਤਰੀਕੇ ਨਾਲ ਵੱਖ-ਵੱਖ ਵਿਦਵਾਨਾਂ ਵੱਲੋਂ ਧਰਮ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ। ਉਹਨਾਂ ਦਾ ਧਰਮ ਦੇ ਬਾਰੇ ਨਜ਼ਰੀਆ ਆਪਣੇ ਅਨੁਭਵ ਦੇ ਆਧਾਰ 'ਤੇ ਉਹਨਾਂ ਨੇ ਆਪਣੇ ਨਜ਼ਰੀਏ ਨੂੰ ਪੇਸ਼ ਕੀਤਾ। ਪਰ ਇਸ ਸਾਰੀ ਚਰਚਾ ਦੇ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਜੋ ਧਰਮ ਹੈ ਉਹਨੂੰ ਅਸੀਂ ਇੱਕ ਸੀਮਾ ਦੇ ਵਿੱਚ ਨਹੀਂ ਬੰਨ੍ਹ ਸਕਦੇ। ਧਰਮ ਇੱਕ ਬਹੁਤ ਵਿਸ਼ਾਲ ਵਰਤਾਰਾ ਹੈ ਅਤੇ ਇਸ ਵਿਸ਼ਾਲ ਵਰਤਾਰੇ ਨੂੰ ਮਨੁੱਖੀ ਬੁੱਧੀ ਦੀ ਪਕੜ ਤੱਕ ਸੀਮਿਤ ਕਰਨਾ ਅਸੰਭਵ ਹੈ। ਪਰ ਉਪਰੋਕਤ ਪਰਿਭਾਸ਼ਾਵਾਂ ਦੇ ਆਧਾਰ 'ਤੇ ਅਸੀਂ ਧਰਮ ਦੇ ਕੁਝ ਪ੍ਰਮੁੱਖ ਜਿਹੜੇ ਗੁਣ ਹੈ ਅਸੀਂ ਉਹ ਵੇਖ ਸਕਦੇ ਹਾਂ। ਇਹਨਾਂ ਵਿੱਚ ਜੋ ਪਹਿਲੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਧਰਮ ਕਿਸੇ ਅਲੌਕਿਕ ਸ਼ਕਤੀ ਵਿੱਚ ਵਿਸ਼ਵਾਸ ਦਾ ਨਾਮ ਹੈ। ਹਰ ਧਰਮ ਕਿਸੇ ਨਾ ਕਿਸੇ ਸ਼ਕਤੀ ਦੇ ਵਿੱਚ ਉਹ ਵਿਸ਼ਵਾਸ ਕਰਦਾ ਹੈ। ਉਸ ਤੋਂ ਜੋ ਅਗਲੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਧਰਮ ਆਪਣੇ ਪੈਰੋਕਾਰਾਂ ਨੂੰ ਇੱਕ ਵਿਸ਼ੇਸ਼ ਤਰੀਕੇ ਦੀ ਜੀਵਨ ਜਾਂਚ ਸਿਖਾਉਂਦਾ ਹੈ, ਜਿਸ ਦੇ ਉੱਪਰ ਚੱਲ ਕੇ ਉਹ ਆਪਣੇ ਜੀਵਨ ਦੇ ਮੂਲ ਮਨੋਰਥ ਦੀ ਪ੍ਰਾਪਤੀ ਕਰ ਸਕਦੇ ਹਨ। ਧਰਮ ਸਾਨੂੰ ਚੀਜ਼ਾਂ ਨੂੰ ਦੇਖਣ ਲਈ ਅਤੇ ਸਮਝਣ ਲਈ ਇੱਕ ਖਾਸ ਤਰੀਕੇ ਦਾ ਵਿਸ਼ਵ ਦ੍ਰਿਸ਼ਟੀਕੋਣ ਦਿੰਦਾ ਹੈ। ਉਸ ਵਿਸ਼ਵ ਦ੍ਰਿਸ਼ਟੀਕੋਣ ਦੇ ਆਧਾਰ 'ਤੇ ਅਸੀਂ ਚੀਜ਼ਾਂ ਨੂੰ ਇੱਕ ਖਾਸ ਪਰਿਪੇਖ ਦੇ ਵਿੱਚ ਸਮਝਦੇ ਹਾਂ ਅਤੇ ਉਸ ਦੇ ਅਨੁਸਾਰ ਅਸੀਂ ਵਿਵਹਾਰ ਕਰਦੇ ਹਾਂ। ਅਗਲੀ ਗੱਲ ਜੋ ਸਾਡੇ ਦੇਖਣ ਦੇ ਵਿੱਚ ਹੁੰਦੀ ਹੈ ਕਿ ਧਰਮ ਸੈਕਰੇਡ ਐਂਡ ਪ੍ਰੋਫੇਨ ਦੇ ਵਿੱਚ ਨਿਖੇੜਾ ਕਰਦਾ ਹੈ, ਪਵਿੱਤਰ ਅਤੇ ਅਪਵਿੱਤਰ ਦੇ ਵਿੱਚ ਇੱਕ ਨਿਖੇੜਾ ਕਰਦਾ ਹੈ। ਧਰਮ ਦੇ ਅਨੁਸਾਰ ਕੁਝ ਕਰਮ ਕਰਨੇ ਚੰਗੇ ਹਨ ਅਤੇ ਕੁਝ ਕਰਮ ਕਰਨੇ ਮਾੜੇ ਹਨ। ਧਰਮ ਸਾਨੂੰ ਸਪਸ਼ਟ ਤੌਰ 'ਤੇ ਦੱਸਦਾ ਹੈ ਕਿ ਮਨੁੱਖ ਨੇ ਆਪਣੀ ਅਧਿਆਤਮਿਕ ਤਰੱਕੀ ਲਈ ਜਾਂ ਇੱਕ ਬਿਹਤਰ ਸਮਾਜ ਦੇ ਲਈ ਕਿਹੜੇ-ਕਿਹੜੇ ਕਰਮ ਕਰਨੇ ਹਨ ਅਤੇ ਕਿਹੜੇ-ਕਿਹੜੇ ਕਰਮ ਜਿਹੜੇ ਹੈ ਉਸਨੇ ਨਹੀਂ ਕਰਨੇ। ਇਸ ਤੋਂ ਇਲਾਵਾ ਅਲੌਕਿਕ ਸ਼ਕਤੀ ਨਾਲ ਆਪਣਾ ਸੰਪਰਕ ਜੋੜਨ ਲਈ ਵੱਖ-ਵੱਖ ਪ੍ਰਕਾਰ ਦੀਆਂ ਪੂਜਾ ਪੱਧਤੀਆਂ ਅਪਣਾਈਆਂ ਜਾਂਦੀਆਂ ਹਨ। ਇਹ ਪੂਜਾ ਪੱਧਤੀਆਂ ਹਰ ਧਰਮ ਦੇ ਵਿੱਚ ਵੱਖੋ ਵੱਖਰੀਆਂ ਹੁੰਦੀਆਂ ਹਨ। ਹਰ ਧਰਮ ਦੇ ਪੈਗੰਬਰ ਦਾ ਇੱਕ ਆਪਣਾ ਖਾਸ ਵਿਸ਼ੇਸ਼ ਧਾਰਮਿਕ ਅਨੁਭਵ ਹੁੰਦਾ ਹੈ ਅਤੇ ਉਸੇ ਅਨੁਭਵ ਦੇ ਆਧਾਰ 'ਤੇ ਹਰ ਧਰਮ ਆਪਣੇ ਆਪਣੇ ਤਰੀਕੇ ਦੀ ਜੀਵਨ ਜਾਂਚ, ਸੰਸਥਾਵਾਂ, ਸਿਧਾਂਤ ਆਦਿ ਨੂੰ ਲਾਗੂ ਕਰਦਾ ਹੈ। ਅਤੇ ਇਹੀ ਕੁਝ ਪ੍ਰਮੁੱਖ ਗੱਲਾਂ ਬਾਤਾਂ ਸੀਗੀਆਂ ਜੋ ਧਰਮ ਦੇ ਨਾਲ ਸੰਬੰਧਿਤ ਸੀਗੀਆਂ। ਮੈਂ ਉਮੀਦ ਕਰਦਾ ਹਾਂ ਕਿ ਆਪ ਜੀ ਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਇਸ ਤੋਂ ਅਗਲੀ ਵੀਡੀਓਜ਼ ਦੇ ਵਿੱਚ ਅਸੀਂ ਧਰਮ ਦੇ ਨਾਲ ਸੰਬੰਧਿਤ ਜੋ ਪ੍ਰਮੁੱਖ ਸਿਧਾਂਤ ਹਨ ਉਹਨਾਂ ਸਿਧਾਂਤਾਂ ਬਾਰੇ ਅਸੀਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।